ਵਾਹਿਗੁਰੂ 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 ਵਾਹਿਗੁਰੂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। चिंता लाहे हमारी, सतगुर आयो शरण तुहारी। मिलै सुख नाम हर शोभा, चिंता लाहे हमारी। रहाओ आवर न सूझै दूजी ठाहर, हार परयो तो दुआरी। लेखा छोड़ अलेखा छूटै, हम निर्गुण लेहो उबारी। सद बख्शिंद सदा मेहरबाना, सबना दे आधारी। नानक दास संत पाछै परियो, राख लिहो एह बारी। सद बख्शिंद सदा मेहरबाना, सबना दे आधारी। नानक दास संत पाछै परियो, राख लेहो एह बारी। वाहिगुरु जी का खालसा, वाहिगुरु जी की फतेह। शब्द गुरु तख्त छतर चवर दे मालक, धन धन साहिब श्री गुरु ग्रंथ साहिब जी महाराज सच्चे पातशाह जी दे पावन पवित्र चरण शरण दे अंदर
ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡ ਭਾਗੇ ਹੋ ਆਪ ਜੀ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਟੋਡੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਦੇ ਰਾਹੀਂ ਸਾਡੇ ਸਾਰਿਆਂ ਉੱਤੇ ਕਿਰਪਾ ਕਰਦੇ ਨੇ। ਜਿੰਨੇ ਵੀ ਸਤ ਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਟੋਡੀ ਰਾਗ ਹੈ, ਮਹੱਲਾ ਪੰਜਵਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਸ਼ਬਦ ਦੇ ਰਹਾਉ ਦੇ ਬੰਦ ਵਿੱਚ, ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਸਤਿਗੁਰੂ ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ। ਆਖਰੀ ਅਰਥ ਇਹੋ ਹੀ ਬਣਨਗੇ, ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਇਹ ਅੱਖਰ ਕਹਿਣ ਨੂੰ ਬਹੁਤ ਥੋੜੇ ਹਨ, ਪਰ ਭਾਵ ਇਹਨਾਂ ਦਾ ਬਹੁਤ ਵੱਡਾ ਹੈ। ਇਹ ਲੋੜ ਅੱਜ ਹਰ ਇੱਕ ਉਸ ਪ੍ਰਾਣੀ ਨੂੰ ਹੈ ਜਿਹੜਾ ਆਪਣੇ ਨਾਮ ਨਾਲ ਸਿੱਖ ਸ਼ਬਦ ਵਰਤਦਾ ਹੈ, ਜਿਹੜਾ ਆਪਣੇ ਨਾਮ ਨਾਲ ਸਿੱਖ ਸ਼ਬਦ ਲਾਉਂਦਾ ਹੈ। ਅਤੀ ਜ਼ਰੂਰੀ ਹੈ ਕਿ ਉਹ ਇਹ ਅਰਦਾਸ ਹਰ ਵੇਲੇ ਹਰ ਸਮੇਂ ਸਤਿਗੁਰਾਂ ਦੇ ਚਰਨਾਂ ਵਿੱਚ ਕਰੇ। ਸਤਿਗੁਰ ਆਇਓ ਤੁਹਾਰੀ, ਹੇ ਸਤਿਗੁਰੂ
ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਹੁਣ ਪਹਿਲੀ ਗੱਲ, ਸਤਿਗੁਰੂ ਕੌਣ ਹੈ? ਕਿਉਂਕਿ ਬਾਰੀ ਅੰਦਰ ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਇੱਕ ਉਹ ਵੀ ਗੁਰੂ ਹਨ ਜਿਨ੍ਹਾਂ ਦੇ ਵਿੱਚ ਗੁਰੂ ਵਾਲੇ ਗੁਣ ਨਹੀਂ, ਪਰ ਉਹ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ। ਉਹ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ, ਪਰ ਬਾਣੀ ਵਿੱਚ ਇਹ ਵੀ ਸਮਝਾਇਆ ਹੈ ਕਿ ਸਤਿਗੁਰੂ ਕੌਣ ਹੈ। ਕਿਉਂਕਿ ਸਾਧ ਸੰਗਤ, ਕਬੀਰ ਸਾਹਿਬ ਜੀ ਨੇ ਇੱਕ ਬੜਾ ਕਰੜਾ ਬਚਨ ਆਪਣੀ ਪਾਵਨ ਸ਼ਲੋਕਾਂ ਦੇ ਅੰਦਰ ਕੀਤਾ ਹੈ। ਉਹ ਆਖਦੇ ਹਨ, ਕਬੀਰ ਮਾਏ ਮੁੰਡੋਂ ਤਹ ਗੁਰੂ ਕੀ, ਜਾਤੇ ਭਰਮ ਨਾ ਜਾਏ। ਆਪ ਡੁੱਬੇ ਚਹੁ ਬੇਦ ਮੈਂ, ਚੇਲੇ ਦੀਏ ਬਹਾਏ। ਮਾਏ ਮੁੰਡੋਂ ਤੈ ਗੁਰੂ ਕੀ, ਜੈਂ ਤੇ ਭਰਮ ਨਾ ਜਾ, ਜਾਂ ਤੇ ਭਰਮ ਨਾ ਜਾਏ। ਧਿਆਨ ਦੇਵਿਓ, ਅੱਜ ਖੁਸ਼ੀ ਨਾਲ ਸਿਰ ਮੁਨਾਈ ਫਿਰਦੀਆਂ ਨੇ ਬੀਬੀਆਂ, ਪਰ ਇੱਕ ਵੱਡਾ ਉਲਮ ਹੈ ਕਬੀਰ ਜੀ ਵੱਲੋਂ। ਬੜੀ ਬੇਇੱਜ਼ਤੀ ਵਾਲੀ ਗੱਲ ਹੈ ਸਮਾਜ ਦੇ ਅੰਦਰ, ਜਿਸ ਦੀ ਮਾਂ ਦਾ ਸਿਰ ਮੁੰਨ ਦਿੱਤਾ ਜਾਵੇ। ਕੌਣ ਹੈ ਐਸਾ ਗੁਰੂ ਜਿਹੜਾ ਆਪ ਭਰਮਾਂ ਵਿੱਚ ਹੈ ਤੇ ਆਪਣੀ ਸ਼ਰਨ ਵਿੱਚ ਪੈਣ ਵਾਲਿਆਂ ਨੂੰ ਭਰਮਾਂ ਵਿੱਚੋਂ ਨਹੀਂ ਕੱਢਦਾ? ਇੱਥੇ ਗੱਲ ਕਹੀ ਜਾ ਰਹੀ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ। ਉਹ ਸਤਿਗੁਰੂ ਕੌਣ ਹੈ? ਰੋਜ਼ ਆਪ ਜੀ ਪੜ੍ਹਦੇ ਹੋ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਅੱਖਰ ਕੋਈ ਔਖੇ ਨਹੀਂ। ਸਤ ਪੁਰਖ ਜਿਨ ਜਾਣਿਆ, ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਨੂੰ, ਪੁਰਖ ਸਰਬ ਵਿਆਪਕ ਵਾਹਿਗੁਰੂ ਨੂੰ ਜਿਸ ਨੇ ਜਾਣਿਆ ਹੈ, ਉਸ ਦਾ ਨਾਮ ਹੈ ਸਤਿਗੁਰੂ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਹੁਣ ਅਗਲੀ ਗੱਲ, ਤਿਸ ਕੈ ਸੰਗ ਸਿੱਖ ਉਧਰੈ। ਜਿਹੜਾ ਸਿੱਖ ਐਸੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਧਰੈ, ਉਹ ਬਚ ਜਾਂਦਾ ਹੈ। ਕਿਵੇਂ ਬਚਦਾ ਹੈ? ਨਾਨਕ ਹਰ ਗੁਣ ਗਾਓ। ਹੇ ਨਾਨਕ, ਉਹ ਸਿੱਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਬਚ ਜਾਂਦਾ ਹੈ, ਉਧਰ ਜਾਂਦਾ ਹੈ ਵਿਕਾਰਾਂ ਤੋਂ, ਸੰਸਾਰ ਸਮੁੰਦਰ ਤੋਂ। ਜਿਹੜਾ ਵਾਹਿਗੁਰੂ ਪਰਮਾਤਮਾ ਦੇ ਗੁਣ ਗੁਰੂ ਦੀ ਕਿਰਪਾ ਨਾਲ ਗਾਉਂਦਾ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ। ਆਪਾਂ ਵੀ ਆਨੇ ਆ, ਸਾਰੇ ਮੰਜ਼ਲਾਂ ਮਾਰ ਕੇ ਆਨੇ ਆ, ਸਮਾਂ ਕੱਢ ਕੇ ਆਨੇ ਆ, ਪਰਿਵਾਰਾਂ ਦੇ ਨਾਲ ਆਨੇ ਆ, ਖਰਚਾ ਵੀ ਕਰਦੇ ਆ, ਸਤਿਗੁਰੂ ਦੇ ਕੋਲ ਆਂਦੇ ਹਾਂ, ਪਰ ਕਦੀ ਇਸ ਭਾਵਨਾ ਦੇ ਨਾਲ ਨਹੀਂ ਜਿਵੇਂ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਦੀ ਭਾਵਨਾ ਨੂੰ ਜਗਾ ਰਹੇ ਨੇ, ਭਾਵਨਾ ਨੂੰ ਜਿਹੜਾ ਨਾ ਪ੍ਰਗਟ ਕਰ ਰਹੇ ਨੇ। ਹੁਣ ਵੇਖੋ, ਆਪਾਂ ਰੋਜ਼ ਸਤਿਗੁਰੂ ਮਹਾਰਾਜ ਦਾ ਇਹ ਪਾਵਨ ਸ਼ਬਦ ਸਵਈਆ, ਬਾਕੀ ਸਵਈਏ ਵਾਰੀ-ਵਾਰੀ ਪੜ੍ਹੇ ਜਾਂਦੇ ਨੇ, ਪਰ ਇਹ ਸਵਈਆ ਰੋਜ਼ ਪੜ੍ਹਿਆ ਜਾਂਦਾ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ।
ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਬੇਨਤੀ ਕਰਾਂ ਮੇਰੇ ਸਹਿਤ, ਜਦੋਂ ਵੀ ਆਪਾਂ ਗੁਰੂ ਦੇ ਕੋਲ ਜਾਈਏ ਜਾਂ ਗੁਰੂ ਦੀ ਸ਼ਰਨ ਮੰਗੀਏ, ਇਹ ਭਾਵਨਾ ਸਾਡੀ ਹੋਵੇ, ਵਾਹਿਗੁਰੂ ਸਾਡੇ ਵਿੱਚ ਤਾਂ ਔਗਣ ਹੀ ਔਗਣ ਹਨ, ਗੁਣ ਕੋਈ ਵੀ ਨਹੀਂ। ਪਰ ਇੱਥੇ ਜਿਹੜਾ ਵੀ ਆਂਦਾ ਹੈ ਉਹ ਕਹਿੰਦਾ ਮੈਂ ਗੁਣੀ ਹਾਂ, ਬਾਕੀ ਸਾਰੇ ਔਗਣਿਆਰੇ ਨੇ, ਬਾਕੀ ਸਾਰੇ ਗੁਨਾਹ ਕਰਨ ਵਾਲੇ ਨੇ, ਕੇਵਲ ਮੈਂ ਹੀ ਔਗਣ ਨਹੀਂ ਕਰਦਾ, ਮੈਂ ਗੁਨਾਹ ਤੋਂ ਰਹਿਤ ਹਾਂ। ਪਰ ਮਹਾਰਾਜ ਆਖਦੇ ਨੇ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦਾ ਭਾਵ, ਸਤਿਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਭਾਵ ਕੀ ਹੈ? ਬਸ ਇਹ ਗੱਲ ਕਹੀ ਜਾਵੇ, ਜਿਹੜੀ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਤੋਂ ਬਾਅਦ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਗੱਲ ਕੀਤੀ, ਤੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਗਏ ਪੰਚਾਂ ਕਾ ਗੁਰ ਏਕ ਧਿਆਨ, ਕੇਵਲ ਇੱਕ ਵਿੱਚ ਧਿਆਨ, ਇੱਕ ਗੁਰੂ ਨਾਲ ਧਿਆਨ ਜੋੜਨਾ, ਸੁਰਤੀ ਜੋੜਨੀ, ਆਪਣੀ ਮਤ ਨੂੰ ਗੁਰੂ ਦੀ ਮਤ ਵਿੱਚ ਮਿਲਾਣਾ, ਇਹ ਹੈ ਗੁਰੂ ਦੀ ਸ਼ਰਨ ਵਿੱਚ ਪੈਣਾ। ਫਿਰ ਪੜ ਲਈਏ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਧਰਮ ਪੈ ਭੁਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਤ ਗੁਰ ਆਇਓ ਸ਼ਰਨ ਤੁਹਾਰੀ। ਸਾਧ ਸੰਗਤ, ਸਭ ਤੋਂ ਪਹਿਲਾਂ ਸਾਡੇ ਅੰਦਰ ਇਹ ਵਿਸ਼ਵਾਸ ਹੋਵੇ ਕਿ ਬਾਰੀ ਦੇ ਅੰਦਰ ਜੋ ਵੀ ਕਿਹਾ ਹੈ, ਜੋ ਬਚਨ ਕਿਹਾ ਹੈ, ਜੋ ਸ਼ਬਦ ਉਚਾਰਨ ਕੀਤਾ ਹੈ, ਕੇਵਲ ਬ੍ਰਹਮ ਦੀ ਉਸਤਤ ਕੀਤੀ ਹੈ, ਬ੍ਰਹਮ ਦੀ ਸਿਫਤ ਸਲਾਹ ਕੀਤੀ ਹੈ, ਉਸ ਤੋਂ ਬਗੈਰ ਹੋਰ ਦੂਜੀ ਗੱਲ ਨਹੀਂ। ਕਿਉਂਕਿ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਅਗਲੀ ਗੱਲ, ਜੋ ਸੁਣੇ ਕਮਾਵੇ ਸੋ ਉਤਰੇ ਪਾਰ। ਸੁਣਨਾ ਵੀ ਬੜਾ ਜ਼ਰੂਰੀ ਹੈ। ਤੁਸੀਂ ਆਏ ਹੋ, ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਸੁਣ ਰਹੇ ਹੋ, ਘਰਾਂ ਵਿੱਚ ਬਹਿ ਕੇ ਵੀ ਲਾਈਵ ਪ੍ਰੋਗਰਾਮ ਦੇ ਰਾਹੀਂ ਆਪ ਸੁਣ ਰਹੇ ਹੋ, ਮੁਬਾਰਕ, ਬੜੀ ਵੱਡੀ ਗੱਲ ਹੈ। ਨਹੀਂ ਸੁਣਿਆ ਜਾ ਸਕਦਾ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਹਾਂ, ਸੁਣਾਉਣ ਵਾਲੇ ਸਾਧ ਸੰਗਤ ਸੁਣਾ ਸਕਦੇ ਹਨ, ਪਰ ਸੁਣਨਾ ਬੜਾ ਔਖਾ ਹੈ। ਸੁਣਨਾ ਜਿਹੜਾ ਹੈ ਨਾ, ਇਹ ਬੜਾ ਔਖਾ ਹੈ। ਪਰ ਮਹਾਰਾਜ ਆਖਦੇ ਨੇ ਭਾਈ ਸੁਣ ਲਿਆ, ਇੱਥੇ ਰੁਕਣਾ ਨਹੀਂ, ਸੁਣ ਕੇ ਰੁਕਣਾ ਨਹੀਂ। ਇਸ ਤੋਂ ਅਗਲੀ ਗੱਲ ਵੀ ਕਰਨੀ, ਜੋ ਕੁਝ ਸੁਣਿਆ ਉਹਨੂੰ ਜੀਵਨ ਦੇ ਅੰਦਰ ਕਮਾਈਏ। ਵੀ ਸਤਿਗੁਰੂ ਕੀ ਕਹਿ ਰਹੇ ਨੇ? ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਕਥਨ ਕੀਤਾ। ਉਹ ਕਹਿੰਦੇ ਨੇ, ਕਿਆ ਗੁਰ ਕਹੈ ਕਹੇ ਹਮ ਕਹਾ। ਗੁਰੂ ਕੀ ਆਖਦਾ ਹੈ, ਅਸੀਂ ਕੀ ਕਰਦੇ ਹਾਂ, ਅਸੀਂ ਕੀ ਕਹਿ ਰਹੇ ਹਾਂ, ਅਸੀਂ ਜੀਵਨ ਵਿੱਚ ਕੀ ਕਰ ਰਹੇ ਹਾਂ। ਕਿਉਂਕਿ ਇਹ ਮਨ ਬੜਾ ਬਲਵਾਨ ਹੈ, ਇਹਨੂੰ ਮੋੜਨਾ ਬੜਾ ਔਖਾ ਹੈ। ਵੇਖੋ ਇੱਥੇ ਬੈਠਿਆ, ਅਸੀਂ ਕਵਾਂਗੇ ਜੋ ਗੁਰੂ ਮਹਾਰਾਜ ਕਹਿ ਰਹੇ ਨੇ ਇਹਨੂੰ ਕਮਾਈਏ, ਕਿਉਂਕਿ ਜੀਵਨ ਬੜਾ ਕੀਮਤੀ ਹੈ, ਬੜੀ ਮੁਸ਼ਕਲ ਨਾਲ ਮਿਲਿਆ। ਪਰ ਜਦੋਂ ਕਮਾਉਣ ਵਾਲੇ ਪਾਸੇ ਤੁਰਨਾ ਤੇ ਸਾਧ ਸੰਗਤ, ਉਸ ਵੇਲੇ ਮਨ ਆਲਸ ਕਰੇਗਾ, ਮਨ ਜਿਹੜਾ ਹੈ ਨਾ ਇਹ ਢਿੱਲ ਮੱਠ ਕਰੇਗਾ। ਪਰ ਮਹਾਰਾਜ ਆਖਦੇ ਨੇ ਧਿਆਨ ਨਾਲ ਸੁਣ ਲਓ, ਸੁਣਨਾ ਵੀ ਬੜਾ ਜ਼ਰੂਰੀ ਹੈ। ਸੁਣਨਾ ਵੀ ਕਰਮ ਪਹਿਲਾ ਹੈ, ਪਰ ਅਗਲਾ ਕਰਮ ਹੈ ਇਹਨੂੰ ਜੀਵਨ ਦੇ ਅੰਦਰ ਕਬਾੜਾ। ਕਿਉਂਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰੂ ਮਾਹੇ ਸਮਾਣਾ। ਇਹ ਬਾਣੀ ਜੋ ਜੀਉ ਜਾਣੈ ਕਮਾਵੇ, ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰ ਆਇਓ ਸ਼ਰਨ ਤੁਹਾਰੀ। ਨਾਨਕ ਜੋ ਵੀ ਬੋਲਦਾ ਹੈ,
ਬ੍ਰਹਮ ਦੀ ਵਿਚਾਰ ਬੋਲਦਾ ਹੈ। ਇੱਕ ਇੱਕ ਪੰਕਤੀ, ਇੱਕ ਇੱਕ ਅੱਖਰ ਬ੍ਰਹਮ ਦੀ ਵਿਚਾਰ ਹੈ। ਪਰ ਲੋੜ ਹੈ ਇਹਨੂੰ ਜੀਵਨ ਦੇ ਅੰਦਰ ਸੁਣਨਾ ਵੀ ਤੇ ਇਹਨੂੰ ਕਮਾਣਾ ਵੀ। ਵੇਖੋ ਕਿੰਨੀ ਗਰੰਟੀ ਦੇ ਰਹੇ ਨੇ ਮਹਾਰਾਜ, ਜੋ ਸੁਨੇ ਕਮਾਵੇ ਸੋ ਉਤਰੈ ਪਾਰ। ਜਿਹੜਾ ਸੁਨੇਗਾ ਕਮਾਵੇਗਾ ਉਹ ਇਸ ਭਵ ਸਾਗਰ ਤੋਂ ਪਾਰ ਉਤਰ ਜਾਏਗਾ, ਵਿਕਾਰਾਂ ਤੋਂ ਬਚ ਜਾਵੇਗਾ, ਵਿਕਾਰ ਉਸ ਦੇ ਨੇੜੇ ਨਹੀਂ ਆਣਗੇ। ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਨੇ ਕਮਾਵੇ ਸੋ ਉਤਰੈ ਪਾਰ। ਸਤਿਗੁਰ ਆਇਓ ਸ਼ਰਨ ਤੁਹਾਰੀ। ਆਓ ਅਗਲੀਆਂ ਪੰਕਤੀਆਂ ਸਤਿਗੁਰੂ ਮਹਾਰਾਜ ਕੀ ਕਿਰਪਾ ਕਰ ਰਹੇ ਨੇ। ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰੂ ਤੇਰੀ ਸ਼ਰਨ ਵਿੱਚ ਆਇਆ। ਹੇ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ। ਮੈਨੂੰ ਕੀ ਮਿਲੇ? ਸੁਖ। ਕਿਹੜਾ? ਅੰਦਰ ਦਾ। ਕਿਉਂਕਿ ਬਾਹਰੀ ਸੁਖ ਜਿਹੜੇ ਨੇ ਇਹ ਵੀ ਬੰਦੇ ਨੂੰ ਜੀਵਨ ਦੇ ਅੰਦਰ ਚਾਹੀਦੇ ਨੇ, ਪਰ ਇਹਨਾਂ ਨੂੰ ਪ੍ਰਾਪਤ ਕਰਕੇ ਹੌਲੀ ਹੌਲੀ ਅੰਦਰ ਦਾ ਜਿਹੜਾ ਸੁੱਖ ਹੈ ਨਾ, ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਸਤਿਗੁਰੂ ਇੱਥੇ ਕਿਰਪਾ ਕਰਦੇ ਨੇ, ਮਿਲੈ ਮੈਨੂੰ ਪ੍ਰਾਪਤ ਹੋਵੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਵੇਖੋ ਗੱਲਾਂ ਸਾਡੀਆਂ ਹੀ ਨੇ, ਇਹ ਗੱਲਾਂ ਸਾਡੇ ਜੀਵਨ ਦੇ ਅੰਦਰ ਵੀ ਲੋੜੀਂਦੀਆਂ ਨੇ। ਹਰ ਬੰਦਾ ਚਾਹੁੰਦਾ ਮੈਂ ਚਿੰਤਾ ਤੋਂ ਰਹਿਤ ਹੋ ਜਾਵਾਂ, ਹਰ ਬੰਦਾ ਚਾਹੁੰਦਾ ਮੇਰੀ ਵਡਿਆਈ ਹੋਵੇ, ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਹਰ ਬੰਦਾ ਚਾਹੁੰਦਾ ਮੈਨੂੰ ਨਾਮ ਦੀ ਪ੍ਰਾਪਤੀ ਹੋਵੇ। ਪਰ ਇਹ ਮੰਗਣੇ ਕਿਸ ਕੋਲੋਂ ਨੇ? ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਨ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ, ਜਨਮ ਮਰਨ ਭਉ ਕਟਿਆ, ਸੰਸਾਰ ਰੋਗ ਵਿਜੋਗ ਵਿਟਾਇਆ। ਸੰਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ, ਜਮ ਡੰਡ ਸਿਰੋਂ ਨ ਉਤਰੈ, ਸਾਕਤ ਦੁਰਜਨ ਜਨਮ ਗਵਾਇਆ। ਚਰਨ ਗਹੇ ਗੁਰਦੇਵ ਦੇ, ਸਤ ਸ਼ਬਦ ਦੇ ਮੁਕਤ ਕਰਾਇਆ। ਅੱਗੇ ਆਖਦੇ ਹਨ, ਭਾਉ ਭਗਤ ਗੁਰਪੁਰਬ ਕਰ, ਨਾਮਦਾਨ ਇਸ਼ਨਾਨ ਦ੍ਰਿੜਾਇਆ। ਜੇਹਾ ਬੀਓ ਤੇਹਾ ਫਲ ਪਾਇਆ। ਜਿਹੋ ਜਿਹਾ ਬੀਜ ਪਾਵਾਂਗੇ ਫਲ ਉਹੋ ਜਿਹਾ ਹੀ ਪ੍ਰਾਪਤ ਹੋਵੇਗਾ ਨਾ। ਜੇ ਸਤਿਗੁਰੂ ਕੋਲੋਂ ਆ ਸਾਰੀਆਂ ਚੀਜ਼ਾਂ ਮੰਗਾਂਗੇ, ਕਿਉਂਕਿ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਜਿੰਨੇ ਵੀ ਫਲ ਪਦਾਰਥ ਆਪਾਂ ਗੁਰੂ ਕੋਲੋਂ ਮੰਗਾਂਗੇ, ਗੁਰੂ ਦੇ ਘਰ ਵਿੱਚ ਕੋਈ ਕਮੀ ਨਹੀਂ। ਗੁਰੂ ਸਭ ਕੁਝ ਦੇ ਸਕਦਾ ਹੈ, ਪਰ ਲੋੜ ਹੈ ਅਸੀਂ ਐਸੇ ਸਤਿਗੁਰੂ ਦੇ ਲੜ ਲੱਗ ਜਾਈਏ, ਸਤਿਗੁਰੂ ਦਾ ਪੱਲਾ ਫੜ ਲਈਏ। ਭਾਈ ਸਾਹਿਬ ਇੱਕ ਪੌੜੀ ਦੇ ਅੰਦਰ ਹੋਰ ਕਿਰਪਾ ਕਰਦੇ ਨੇ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਨ ਯਾਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰ ਦਿਓ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਫਿਰ ਆਖਦੇ ਨੇ, ਗੁਰ ਪੂਰਾ ਨਿਰਭਉ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਫਿਰ ਆਖਦੇ ਨੇ, ਸਤਿਗੁਰ ਪੁਰਖ ਸੁਜਾਨ ਹੈ, ਵੱਡੇ ਆਜ਼ਾਦ ਮੁਕਤ ਨਿਸਤਾਰੇ। ਸਤਿਗੁਰ ਆਗੂ ਜਾਣੀਐ, ਬਾਹਾਂ ਪਕੜ ਅੰਧਲੇ ਉਧਾਰੇ। ਮਾਨ ਨਿਮਾਨੇ ਸਤ ਬਲਿਹਾਰੇ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰੂ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਕੌਣ ਆਂਦਾ ਹੈ ਸ਼ਰਨ ਵਿੱਚ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੀ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ
ਸਤਿਗੁਰ ਆਇਓ ਸ਼ਰਨ ਤੁਹਾਰੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ। ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ। ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ। ਗੁਰ ਬਿਨ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਨੋ ਸੰਤੋ। ਸੋ ਸਿੱਖ ਸਨਮੁਖ ਹੋਏ ਸਤਿਗੁਰ ਆਇਓ ਸ਼ਰਨ ਤੁਹਾਰੀ। ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਮਿਲੇ ਕੀ ਸੁਖ, ਮਿਲੇ ਕੀ ਨਾਮ ਦੀ ਦਾਤ, ਮਿਲੇ ਕੀ ਵਡਿਆਈ, ਤੇ ਨਾਲ ਹੀ ਮੇਰੀ ਚਿੰਤਾ ਦੂਰ ਕਰ ਦਿਓ। ਧਿਆਨ ਦੇਵਿਓ, ਗੁਰੂ ਦਰ ਤੇ ਆ ਕੇ ਵੀ ਜੇ ਆਪਾਂ ਸੁਖੀ ਨਹੀਂ, ਕਮੀ ਗੁਰੂ ਦੇ ਅੰਦਰ ਨਹੀਂ, ਕਮੀ ਸਾਡੇ ਵਿੱਚ ਹੈ। ਜੇ ਇੱਥੇ ਆ ਕੇ ਚਿੰਤਾ ਨਹੀਂ ਮੁੱਕੀ, ਕਮੀ ਗੁਰੂ ਵਿੱਚ ਨਹੀਂ, ਕਮੀ ਸਾਡੇ ਵਿੱਚ ਹੈ। ਜੇ ਅਸੀਂ ਆਖਦੇ ਹਾਂ ਇੱਥੇ ਆ ਕੇ ਵੀ ਅਸੀਂ ਬੇਇੱਜ਼ਤ ਹੁੰਨੇ ਹਾਂ, ਸਾਡੀ ਸ਼ੋਭਾ ਕੋਈ ਨਹੀਂ ਕਰਦਾ, ਵਡਿਆਈ ਕੋਈ ਨਹੀਂ ਕਰਦਾ, ਕਿਉਂਕਿ ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਕਿਉਂਕਿ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੈ ਸਗਲ ਸੰਸਾਰ ਹੈ। ਮਹਾਰਾਜ ਆਖਦੇ ਨੇ ਭਾਈ ਗੁਰਦਾਸ ਜੀ, ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੈ। ਫਿਰ ਆਖਦੇ ਨੇ ਆਗਿਆ ਤਾਂ ਹੈ ਸਗਲ ਸੰਸਾਰ ਹੈ ਹਿਤਾਵਈ। ਜਿਹੜਾ ਸਤਿਗੁਰੂ ਦੀ ਆਗਿਆ ਮੰਨਦਾ ਹੈ, ਜਿਹੜਾ ਗੁਰੂ ਦੀ ਮੱਤ ਨੂੰ ਮੰਨਦਾ ਹੈ, ਸੰਸਾਰ ਉਸ ਦੀ ਆਗਿਆ ਨਾਲ ਪਿਆਰ ਕਰਦਾ ਹੈ, ਉਸ ਦੇ ਹੁਕਮ ਨਾਲ ਪਿਆਰ ਕਰਦਾ ਹੈ। ਅੱਜ ਜੇ ਸਾਡਾ ਹੁਕਮ ਕੋਈ ਨਹੀਂ ਮੰਨ ਰਿਹਾ, ਅੱਜ ਜੇ ਸਾਡੀ ਗੱਲ ਕੋਈ ਨਹੀਂ ਮੰਨ ਰਿਹਾ, ਬਾਰ-ਬਾਰ ਸਾਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੀ ਗੱਲ ਮੰਨੋ, ਸਾਡੀ ਗੱਲ ਤੇ ਅਮਲ ਕਰੋ। ਕਾਰਨ ਇਹ ਹੈ ਕਿ ਅਸੀਂ ਆਪਣੀ ਗੱਲ ਤਾਂ ਲੋਕਾਂ ਕੋਲੋਂ ਮਨਾਉਣਾ ਚਾਹੁੰਦੇ ਹਾਂ, ਪਰ ਅਸੀਂ ਸਤਿਗੁਰੂ ਦੀ ਗੱਲ ਨਹੀਂ ਮੰਨਣਾ ਚਾਹੁੰਦੇ। ਫਿਰ ਧਿਆਨ ਦੇਵਿਓ, ਸਤਿਗੁਰੂ ਦੀ ਆਗਿਆ ਨਹੀਂ ਮੰਨਣਾ ਚਾਹੁੰਦੇ। ਭਾਈ ਜੀ ਆਖਦੇ ਨੇ ਤੂੰ ਸਤਿਗੁਰੂ ਦੀ ਆਗਿਆ ਮੰਨ, ਸਤਿਗੁਰੂ ਦੀ ਆਗਿਆ ਨਾਲ ਪਿਆਰ ਪਾ। ਲੋਕ ਤੇਰੀ ਆਗਿਆ ਆਪਣੇ ਆਪ ਹੀ ਮੰਨਣਗੇ, ਲੋਕ ਤੇਰੇ ਨਾਲ ਪਿਆਰ ਕਰਨਗੇ, ਲੋਕ ਤੇਰੀ ਵਡਿਆਈ ਕਰਨਗੇ, ਲੋਕ ਤੇਰੀ ਸ਼ੋਭਾ ਕਰਨਗੇ। ਪਿਆਰਿਓ, ਆਪਾਂ ਮੰਗਦੇ ਆ ਸੁੱਖ ਮਿਲੇ, ਆਪਾਂ ਮੰਗਦੇ ਆ ਵਡਿਆਈ ਮਿਲੇ, ਆਪਾਂ ਕਹਿੰਦੇ ਆ ਚਿੰਤਾ ਦੂਰ ਹੋ ਜਾਵੇ, ਪਰ ਕਦੀ ਨਾਲ ਇਹ ਵੀ ਮੰਗ ਲਈਏ ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਸਤਿਗੁਰ ਆਇਓ ਸ਼ਰਨ ਤੁਹਾਰੀ। ਹੇ ਸਤਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਮੈਨੂੰ ਤੁਹਾਡੇ ਕੋਲੋਂ ਕੀ ਮਿਲੇ, ਕੀ ਪ੍ਰਾਪਤ ਹੋਵੇ? ਇੱਕ ਤਾਂ ਮੈਨੂੰ ਦਿਓ ਅੰਦਰ ਦਾ ਸੁਖ, ਜਿਹਨੂੰ ਆਤਮਿਕ ਸੁਖ ਕਹਿੰਦੇ ਹਾਂ, ਕਿਉਂਕਿ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾੜਿਆ। ਕਿਉਂਕਿ ਮਹਾਰਾਜ ਆਖਦੇ ਹਨ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਮੈਂ ਸਤਿਗੁਰੂ ਨੂੰ ਪਾ ਲਿਆ, ਜਦੋਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਕਿਹੜਾ? ਜਿਹੜਾ ਆਨੰਦ ਕਦੀ ਮੁੱਕਦਾ ਨਹੀਂ। ਧਿਆਨ ਦੇਵਿਓ, ਸਾਧ ਸੰਗਤ, ਸਤਿਗੁਰਾਂ ਨੇ
ਤੋਰਿਆ ਸੀ ਰਾਮ ਰਾਏ ਨੂੰ। ਕਿੱਧਰ? ਔਰੰਗਜ਼ੇਬ ਦੇ ਕੋਲ। ਔਰੰਗਜ਼ੇਬ ਦੇ ਕੋਲ ਜਾਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਤੁਹਾਡੀ ਉਮਰ ਬੇਸ਼ੱਕ ਛੋਟੀ ਹੈ, ਪਰ ਧਿਆਨ ਰੱਖਿਓ, ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਉਸ ਦੀ ਸ਼ਰਨ ਵਿੱਚ ਨਾ ਪਿਓ, ਗੁਰੂ ਦੀ ਸ਼ਰਨ ਵਿੱਚ ਪਏ ਰਹੋ, ਕਿਉਂਕਿ ਬਾਬਾ ਨਾਨਕ ਤੁਹਾਡੇ ਉੱਤੇ ਕਿਰਪਾ ਕਰੇਗਾ। ਤੁਹਾਡੀ ਹਰ ਗੱਲ ਜਿਹੜੀ ਤੁਹਾਡੇ ਨਾਲ ਕੀਤੀ ਜਾਵੇਗੀ ਉਸ ਦਾ ਜਵਾਬ ਤੁਹਾਡੀ ਰਸਨਾ ਤੇ ਬਹਿ ਕੇ ਦੇਣਗੇ। ਸਾਧ ਸੰਗਤ, ਸਤਿਗੁਰੂ ਕੋਲੋਂ ਚਲਾ ਗਿਆ ਔਰੰਗਜ਼ੇਬ ਦੇ ਦਰਬਾਰ ਵਿੱਚ। ਆਪ ਜੀ ਸਾਰੇ ਕਹਾਣੀ ਜਾਣਦੇ ਹੋ। ਉੱਥੇ ਜਾ ਕੇ ਜਦੋਂ ਤੱਕ ਗੁਰੂ ਦੀ ਸ਼ਰਨ ਵਿੱਚ ਪਿਆ ਰਿਹਾ, ਗੁਰੂ ਦੀ ਕਿਰਪਾ ਵਰਤਦੀ ਰਹੀ। ਪਰ ਜਦੋਂ ਗੁਰੂ ਦੀ ਬਾਣੀ ਤੇ ਅਟੈਕ ਕਰ ਦਿੱਤਾ, ਗੁਰੂ ਦੀ ਬਾਣੀ ਉੱਤੇ ਸ਼ੰਕਾ ਪੈਦਾ ਕਰ ਦਿੱਤਾ, ਮਿੱਟੀ ਮੁਸਲਮਾਨ ਕੀ ਵਾਲੀ ਗੱਲ ਆਪਾਂ ਪੜ੍ਹਦੇ ਆ, ਬੇਈਮਾਨ ਕੀ ਕਹਿ ਦਿੱਤਾ, ਸਤਿਗੁਰੂ ਦੇ ਦਰ ਤੋਂ ਫਿਟਕਾਰਿਆ ਗਿਆ। ਕਿਉਂਕਿ ਸਤਿਗੁਰੂ ਦੀ ਸ਼ਰਨ ਛੱਡ ਦਿੱਤੀ, ਔਰੰਗਜ਼ੇਬ ਦੀ ਸ਼ਰਨ ਵਿੱਚ ਪੈ ਗਿਆ। ਪਰ ਦੂਜੇ ਪਾਸੇ ਧਿਆਨ ਦੇਵਿਓ, ਸਾਧ ਸੰਗਤ, ਭਾਈ ਨੰਦ ਲਾਲ ਸਾਹਿਬ ਜੀ ਔਰੰਗਜ਼ੇਬ ਦੀ ਸ਼ਰਨ ਵਿੱਚ ਹਨ, ਪਰ ਉੱਥੇ ਜਦੋਂ ਉਹਨਾਂ ਨੇ ਕੁਰਾਨ ਦੀ ਆਇਤ ਦੇ ਅਰਥ ਕੀਤੇ ਤੇ ਈਰਖਾ ਅੰਦਰ ਆ ਗਈ। ਕਿਸ ਦੇ? ਔਰੰਗਜ਼ੇਬ ਦੇ। ਔਰੰਗਜ਼ੇਬ ਇਹ ਸੋਚਣ ਲੱਗਾ ਕਿ ਗੈਰ ਮੁਸਲਮਾਨ ਕੁਰਾਨ ਦੇ ਇੰਨੇ ਸੁੰਦਰ ਅਰਥ ਕਰਦਾ ਹੈ, ਜਾਂ ਤਾਂ ਇਹਨੂੰ ਮੁਸਲਮਾਨ ਬਣਾਇਆ ਜਾਵੇ ਤੇ ਜਾਂ ਫਿਰ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਭਾਈ ਸਾਹਿਬ ਨੂੰ ਇਹ ਖਬਰ ਮਿਲ ਗਈ ਤੇ ਭਾਈ ਸਾਹਿਬ, ਸਾਧ ਸੰਗਤ, ਔਰੰਗਜ਼ੇਬ ਦੀ ਸ਼ਰਨ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆ ਗਏ। ਤੇ ਧਿਆਨ ਦੇਵਿਓ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਭਾਈ ਨੰਦ ਲਾਲ ਸਾਹਿਬ ਆਏ ਤੇ ਧਿਆਨ ਦੇਵਿਓ, ਇਹਨਾਂ ਕੋ ਮਾਨ ਤੇ ਸਤਿਕਾਰ ਪ੍ਰਾਪਤ ਹੋਇਆ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਹਨੇ ਕੁਝ ਲਿਖਤਾ ਰੱਖਿਆ, ਭਾਵੇਂ ਉਹਨੂੰ ਆਪਾਂ ਬੰਦਗੀ ਨਾਮਾ ਵੀ ਕਹਿੰਦੇ ਆ, ਪਰ ਸਤਿਗੁਰਾਂ ਨੇ ਆਖਿਆ ਭਾਈ ਜੀ ਇਹ ਜ਼ਿੰਦਗੀ ਨਾਮਾ ਹੈ। ਧਿਆਨ ਦੇਵਿਓ, ਇੱਕ ਗੁਰੂ ਦੀ ਸ਼ਰਨ ਵਿੱਚੋਂ ਔਰੰਗਜ਼ੇਬ ਦੀ ਸ਼ਰਨ ਵਿੱਚ ਚਲਾ ਗਿਆ, ਉਹਨੂੰ ਕੀ ਮਿਲਿਆ? ਗੁਰੂ ਦਰ ਤੋਂ ਫਿਟਕਾਰਿਆ ਗਿਆ। ਸਾਧ ਸੰਗਤ, ਅੱਜ ਵੀ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਅੰਮ੍ਰਿਤ ਛਕਦੇ ਹਾਂ ਤੇ ਅੰਮ੍ਰਿਤ ਛਕਣ ਵੇਲੇ ਪੰਜਾਂ ਪਿਆਰਿਆਂ ਦੇ ਵਿੱਚੋਂ ਮੁਖੀ ਇਹ ਗੱਲ ਕਹਿੰਦਾ ਹੈ, ਨੜੀ ਮਾਰ ਕੁੜੀ ਮਾਰ ਰਾਮ ਰਾਈਏ, ਜਾਂ ਧਰਮ ਜਿਹੜੇ ਹੈਗੇ ਨੇ ਧੀਰ ਮਲੀਏ, ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਪਰ ਧਿਆਨ ਦੇਵਿਓ, ਦੂਜੇ ਪਾਸੇ ਜਦੋਂ ਔਰੰਗਜ਼ੇਬ ਦੀ ਸ਼ਰਨ ਛੱਡ ਕੇ ਭਾਈ ਨੰਦ ਲਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਆ ਗਏ, ਕਿੰਨਾ ਕੁ ਮਾਨ ਮਿਲਿਆ। ਸਤਿਗੁਰਾਂ ਤਾਂ ਮਾਨ ਦਿੱਤਾ ਹੀ, ਪਰ ਪੰਥ ਨੇ ਕਿੰਨਾ ਮਾਨ ਦਿੱਤਾ ਹੈ। ਜਦੋਂ ਰਹਿਤ ਮਰਿਆਦਾ ਬਣਾਈ ਤੇ ਰਹਿਤ ਮਰਿਆਦਾ ਦੇ ਅੰਦਰ ਕੀਰਤਨ ਦਾ ਜਿਹੜਾ ਵਿਸ਼ਾ ਹੈ ਉਸ ਬਾਰੇ ਜਦੋਂ ਗੱਲ ਕੀਤੀ ਤੇ ਆਖਿਆ, ਜਿੱਥੇ ਗੁਰੂ ਸਾਹਿਬਾਨ ਦੇ ਬਚਨ ਗੁਰੂ ਕੀ ਹਜ਼ੂਰੀ ਵਿੱਚ ਪੜ੍ਹੇ ਜਾਣਗੇ, ਉੱਥੇ ਨਾਲ ਦੀ ਨਾਲ ਭਾਈ ਗੁਰਦਾਸ ਸਾਹਿਬ ਦੇ ਬਚਨ ਪੜ੍ਹੇ ਜਾਣਗੇ ਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਜਿਹੜੀਆਂ ਨੇ ਨਾ, ਉਹ ਵੀ ਪੜ੍ਹੀਆਂ ਜਾ ਰਹੀਆਂ। ਕਿਉਂਕਿ ਮਾਨ ਮਿਲਿਆ ਕਦੋਂ? ਜਦੋਂ ਸਾਧ ਸੰਗਤ ਔਰੰਗਜ਼ੇਬ ਦੀ ਸ਼ਰਨ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਗਿਆ। ਅੱਜ ਵੀ ਮੈਂ ਬੇਨਤੀ ਕਰਾਂਗਾ ਪਿਆਰਿਓ, ਪੋਲੀਟੀਕਲ ਬੰਦੇ ਜਿਹੜੇ ਆਪਣੇ ਆਪ ਨੂੰ ਰਾਜੇ, ਮੀਰ, ਬਾਦਸ਼ਾਹ ਅਖਵਾਉਂਦੇ ਨੇ, ਚੌਧਰੀ ਅਖਵਾਉਂਦੇ ਨੇ, ਠੀਕ ਹੈ, ਇਹਨਾਂ ਨਾਲ ਸਮਾਜ ਦੇ ਅੰਦਰ ਸੰਬੰਧ ਰੱਖੋ, ਪਰ ਮੈਂ ਬੇਨਤੀ ਕਰਾਂਗਾ ਪਿਆਰਿਓ, ਇਹਨਾਂ ਦੀ ਸ਼ਰਨ ਵਿੱਚ ਨਾ ਪਿਓ। ਗੁਰੂ ਦੀ ਸ਼ਰਨ ਵਿੱਚ ਪੈ ਜਾਵੋਗੇ ਤੇ ਫਿਰ ਕੀ ਕਹੋਗੇ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਰਹਾਓ ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਸਤਿਗੁਰੂ ਜੀ, ਮੈਨੂੰ ਤੁਹਾਡੇ ਤੋਂ ਬਗੈਰ ਹੋਰ ਕੋਈ ਟਿਕਾਣਾ ਨਜ਼ਰ ਨਹੀਂ ਆਉਂਦਾ, ਥਾਂ ਨਜ਼ਰ ਨਹੀਂ ਆਉਂਦੀ, ਤੇ ਇਹ ਸਾਰਾ ਕੁਝ ਮੈਂ ਆਪਣੀ ਤਸੱਲੀ ਕਰਕੇ ਘੁੰਮ ਫਿਰ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਕਿਉਂਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ,
ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਰਹਿਓ ਸੰਤ ਹੋਂ ਟੋਲ ਸਾਧਬੋ ਤੇਰੇ ਡਿਠੇ ਸਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ ਬਰਸ ਏਕ ਹਉ ਫਿਰਿਓ ਕਿਨੇ ਨੌ ਪਰਚੋ ਲਾਇਓ कहते कहती सुनी रहत को खुशी न आयो हर नाम छोड़ दूजे लगे तिन के गुण हो क्या कहूं गुर दई मिलाए पिखिया जिव तू रखै तिव रहूं अवर न सूझे दूजी ठाहर हार परियो तौ दुआरी मैनू तुहाडे तो बगैर होर कोई ठिकाना नजर नहीं आया हार के ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਲਿਖਾ ਛੋੜ ਅਲਿਖਾ ਛੂਟੈ ਹਮ ਨਿਰਗੁਣ ਲੇਹੁ ਉਬਾਰੀ। ਸਤਿਗੁਰੂ ਲੇਖੇ ਵਾਲੇ ਪਾਸੇ ਨਾ ਪਿਓ ਕਿਉਂਕਿ ਜੇ ਲੇਖਾ ਕੀਤਾ ਤੇ ਅਸੀਂ ਛੁੱਟ ਨਹੀਂ ਸਕਦੇ, ਅਸੀਂ ਛੁੱਟ ਨਹੀਂ ਸਕਦੇ। ਇੱਕ ਵੀ ਗੁਣ ਨਹੀਂ, ਗੁਣਾਂ ਤੋਂ ਰਹਿਤ ਹਾਂ, ਪਰ ਸਾਨੂੰ ਛੁਡਾ ਲੈ, ਬਚਾ ਲੈ, ਸਾਡਾ ਉਧਾਰ ਕਰ। ਪਰ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਦੀ, ਪਾਪਾਂ ਦੀ ਗਿਣਤੀ ਮਿੰਤੀ ਵਿੱਚ ਨਾ ਪੈਣਾ, ਕਿਉਂਕਿ ਤੇਰੇ ਦਰ ਦਾ ਬਿਰਧ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ ਭਗਤ ਵਸ਼ਰ ਸੁਨ ਹੋਤ ਹੋ ਨਿਰਾਸ ਹਿਰਦੈ ਪਤਤ ਪਾਵਨ ਸੁਨ ਆਸਾ ਉਰ ਧਾਰ ਹੋ। ਜਦੋਂ ਮੈਂ ਸੁਣਦਾ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਡਰ ਜਾਣਾ, ਪਰ ਜਦੋਂ ਸੁਣਦਾ ਹਾਂ ਕਿ ਪਤਤਾਂ ਦਾ ਵੀ ਉਧਾਰ ਕਰਨ ਵਾਲਾ ਹੈ, ਫਿਰ ਮੇਰੇ ਅੰਦਰ ਆਸ ਵੱਧਦੀ ਹੈ। ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ ਦੀਨ ਕੈ ਦਿਆਲ ਸੁਣ ਭੈ ਭਰਮ ਟਾਰ ਹੂੰ। ਜਦੋਂ ਮੈਂ ਸੁਣਦਾ ਤੂੰ ਅੰਤਰ ਜਾਮੀ, ਮੈਂ ਕੰਬ ਜਾਣਾ, ਡਰ ਜਾਣਾ ਕਿ ਮੇਰੀ ਹਰ ਗੱਲ ਨੂੰ ਤੂੰ ਜਾਣਦਾ ਹੈ, ਮੇਰੀ ਹਰ ਗੱਲ ਦਾ ਤੈਨੂੰ ਪਤਾ ਹੈ। ਪਰ ਜਦੋਂ ਸੁਣਦਾ ਹਾਂ ਤੂੰ ਦੀਨਾ ਤੇ ਦਨਾ ਕਰਨ ਵਾਲਾ ਹੈ, ਫਿਰ ਮੇਰੇ ਅੰਦਰੋਂ ਭੈ ਮੁੱਕ ਜਾਂਦਾ ਹੈ, ਮੇਰੀ ਭਟਕਣਾ ਮੁੱਕ ਜਾਂਦੀ ਹੈ। ਕਿਉਂਕਿ ਆਪਣੀ ਕਰ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ ਤੁਮਰੋ ਬਿਰਧ ਕਰ ਆਸਰੋ ਸੰਭਾਰ ਹੂੰ। ਮੈਂ ਆਪਣੀ ਕਰਨੀ ਕਰਕੇ ਨਰਕਾਂ ਵਿੱਚ ਵੀ ਥਾਂ ਨਹੀਂ ਪ੍ਰਾਪਤ ਕਰ ਸਕਦਾ, ਪਰ ਵਾਹਿਗੁਰੂ ਸਤਿਗੁਰੂ ਤੇਰੀ ਕਿਰਪਾ ਦੇ ਨਾਲ, ਤੇਰਾ ਆਸਰਾ ਲੈ ਕੇ, ਤੇਰਾ ਬਿਰਧ ਹੈ ਕਿ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲਿਹੋ ਉਬਾਰੀ। ਲੇਖਿਆਂ ਵਿੱਚ ਨਾ ਪਿਓ ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਕਿਉਂਕਿ ਮਾਟੀ ਕਾ ਦੂਪ ਹੈ ਸੁਆਮੀ ਮਾਨਸ ਕੀ ਗਤ ਇਹੀ। ਸਦ ਬਖ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ। ਵਾਹਿਗੁਰੂ ਸਤਿਗੁਰੂ ਸਦਾ ਹੀ ਬਖਸ਼ਿੰਦ ਹੈ, ਬਖਸ਼ਿਸ਼ ਕਰਨ ਵਾਲਾ ਹੈ ਤੇ ਸਦਾ ਹੀ ਮਿਹਰਬਾਨ ਹੈ। ਸਾਧ ਸੰਗਤ ਸਤਿਗੁਰੂ ਵੀ ਬਖਸ਼ਿਸ਼ ਕਰਨ ਵਾਲਾ ਹੈ। ਵੇਖੋ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਸਰੀਰ ਦੇ ਅੰਦਰ ਵਿਚਰੇ ਬਖਸ਼ਿਸ਼ ਕਰਦੇ ਰਹੇ, ਪਰ ਅੱਜ ਵੀ ਪੰਥ ਰਹਿਤ ਮਰਿਆਦਾ ਦੇ ਅੰਦਰ ਇਹ ਐਡ ਹੈ ਕਿ ਜਿਹੜਾ ਪਤਤ ਬੰਦਾ ਆਪਣੀ ਗਲਤੀ ਨੂੰ ਸਾਧ ਸੰਗਤ ਮਹਿਸੂਸ ਕਰਕੇ ਫਿਰ ਪੰਥ ਦੇ ਸਾਹਮਣੇ ਖੜਾ ਹੋ ਜਾਵੇ, ਗੁਰੂ ਖਾਲਸੇ ਦੇ ਸਾਹਮਣੇ ਖੜਾ ਹੋ ਜਾਵੇ, ਪੰਜਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਜਾਵੇ, ਤੇ ਪੰਥ ਫਿਰ ਉਹਨੂੰ ਫਰਾਖ ਦਿਲੀ ਦੇ ਨਾਲ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਨਾਲ ਜੋੜ ਲੈਂਦਾ ਹੈ। ਮਹਾਰਾਜ ਆਖਦੇ ਨੇ ਤੇਰਾ ਬਿਰਧ ਹੈ, ਤੂੰ ਹਮੇਸ਼ਾ ਹੀ ਬਖਸ਼ਿਸ਼ ਕਰਨ ਵਾਲਾ ਹੈ, ਹਮੇਸ਼ਾ ਹੀ ਮਿਹਰਬਾਨ ਹੈ ਤੇ ਸਾਰਿਆਂ ਨੂੰ ਆਧਾਰ ਦੇਣਾ ਹੈ। ਜਿਹੜਾ ਵੀ ਤੇਰੇ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਆਸਰਾ ਦਿੰਦਾ ਹੈ। ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੁ ਇਹ ਬਾਰੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਆਖਦੇ ਨੇ ਵਾਹਿਗੁਰੂ ਗੁਰੂ ਦੀ ਸੰਗਤ ਵਿੱਚ ਪੈ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਤੇ ਕਿਰਪਾ ਕਰਕੇ ਆ ਵਾਰੀ ਜਿਹੜੀ ਨਾ, ਆ ਵਾਰੀ ਕਿਹੜੀ? ਅਬ ਕੀ ਬਾਰ ਬਖਸ਼ ਬੰਦੇ ਕੋ। ਇਹ ਤੇਰਾ ਅਵਸਰ, ਇਹ ਤੇਰੀ ਬਾਰੀ ਕਿਹੜੀ? ਮਨੁੱਖਾ ਜੀਵਨ ਦੀ ਜਿਹੜੀ ਸਾਨੂੰ ਪ੍ਰਾਪਤ ਹੋਈ ਏ, ਇਸੇ ਵਿੱਚ ਹੀ ਲੇਖਾ ਜੋਖਾ ਪੂਰਾ ਕਰ ਦੇ। ਕਿਉਂਕਿ
ਹੁਣ ਜਨਮ ਮਰਨ ਦੇ ਚੱਕਰ ਵਿੱਚ ਨਾ ਪਾਵੀਂ, ਸਾਨੂੰ ਉਬਾਰ ਲੈ ਇਸ ਸੰਸਾਰ ਸਮੁੰਦਰ ਤੋਂ। ਕਿਉਂਕਿ ਸਾਧ ਸੰਗਤ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਜਪਿਆ, ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਗੁਰੂ ਕੀ ਬਾਣੀ ਨਾਲ ਜੁੜੇ, ਗੁਰੂ ਦਾ ਦੱਸਿਆ ਹੋਇਆ ਸਿਮਰਨ ਆਪਣੇ ਜੀਵਨ ਦੇ ਅੰਦਰ ਕੀਤਾ, ਅੱਜ ਵੀ ਆਪਾਂ ਪੜ੍ਹਦੇ ਹਾਂ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ। ਮੰਗਲਾ ਚਰਨ ਦੇ ਅੰਦਰ ਮੈਂ ਇਹ ਬਚਨ ਤੁਹਾਡੇ ਨਾਲ ਸਾਂਝੇ ਕੀਤੇ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਐਨਸ ਸਹਿਜ ਸੁਭਾਏ। ਇੱਥੇ ਹੁਣ ਐਨਸ ਦਿਨ ਰਾਤ ਪਿਆਰ ਨਾਲ ਐਸੇ ਗੁਰੂ ਨੂੰ ਪੱਟ ਟਲ ਜੀ ਕਹਿੰਦੇ ਨੇ ਕਿ ਜਪਨਾ ਕਰੀਏ, ਤੇ ਫਿਰ ਹੋਵੇਗਾ ਕਿ ਜਨਮ ਮਰਨ ਦਾ ਚੱਕਰ ਜਿਹੜਾ ਨਾ ਵਾਹਿਗੁਰੂ ਦੇ ਰੂਪ ਗੁਰੂ ਦੇ ਦਰਸ਼ਨ ਕੀਤਿਆ ਕਟਿਆ ਜਾਵੇਗਾ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਆਓ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਬਾਣੀ ਨਾਲ ਜੁੜੀਏ। ਜੇ ਅੰਮ੍ਰਿਤ ਛਕਿਆ ਰਹਿਤਾਂ ਦੇ ਵਿੱਚ ਰਹਿ ਕੇ, ਕੁਰੈਤਾਂ ਤੋਂ ਬਚ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕਰੀਏ। ਸਾਧ ਸੰਗਤ ਬਾਣੀ ਬਾਣੀ ਨਾਲ ਜੁੜਾਂਗੇ, ਲੋਕ ਨਾਲ ਪਰਲੋਕ ਸੌਰੇਗਾ। ਆਓ ਲੜੀਵਾਰ ਕਥਾ ਜੋ ਆਪ ਜੀ ਸਰਵਨ ਕਰਦੇ ਹੋ ਤਿਸ ਨਾਲ ਜੁੜਨਾ ਕਰੀਏ ਜੀ। ਰਾਮ ਕਲੀ ਮਹੱਲਾ ਚੌਥਾ। ਰਾਮ ਕਲੀ ਰਾਗ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਹ ਸ਼ਬਦ ਹੈ, ਹਰ ਕੇ ਸਖਾ ਸਾਧ ਜਨ ਨੀਕੇ, ਤਿਨ ਉਪਰ ਹਾਥ ਵਤਾਵੈ। ਹਰ ਕੇ ਸਖਾ ਸਾਧ ਜਨ ਨੀਕੇ, ਤਿਨ ਉਪਰ ਹਾਥ ਵਤਾਵੈ। ਵਾਹਿਗੁਰੂ ਪਰਮਾਤਮਾ ਦੇ ਜਿਹੜੇ ਪਿਆਰੇ ਹਨ, ਮਿੱਤਰ ਹਨ, ਕੌਣ ਸੰਤ ਜਨ, ਪ੍ਰਭੂ ਦੇ ਪਿਆਰੇ ਗੁਰਮੁਖ ਜਨ, ਉਹ ਸੁੰਦਰ ਜੀਵਨ ਵਾਲੇ ਹਨ। ਜੀਵਨ ਤੋਂ ਨੀਕੇ ਤੋਂ ਭਾਵ ਸੁੰਦਰ ਜੀਵਨ ਵਾਲੇ ਹਨ। ਤੇ ਐਸੇ ਗੁਰਮੁਖਾਂ ਦੇ ਸਿਰ ਉੱਤੇ ਵਾਹਿਗੁਰੂ ਪਰਮਾਤਮਾ ਆਪਣਾ ਹਮੇਸ਼ਾ ਹੱਥ ਰੱਖਦਾ ਹੈ। ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੈ। ਮਹਾਰਾਜ ਆਖਦੇ ਹਨ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਪਿਆਰੇ ਹਨ, ਵਾਹਿਗੁਰੂ ਪਰਮਾਤਮਾ ਦੇ ਜਿਹੜੇ ਸੇਵਕ ਹਨ, ਸੁੰਦਰ ਜੀਵਨ ਵਾਲੇ ਹਨ। ਕਿਉਂਕਿ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਤੇ ਮਹਾਰਾਜ ਆਖਦੇ ਨੇ ਉਹਨਾਂ ਦੇ ਸਿਰ ਉੱਤੇ ਵਤਾਵੈ। ਵਤਾਵੈ ਤੋਂ ਭਾਵ ਵਾਹਿਗੁਰੂ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ। ਗੁਰਮੁਖ ਸਾਧ ਸੇਈ ਪ੍ਰਭ ਭਾਏ, ਕਰ ਕਿਰਪਾ ਆਪ ਮਿਲਾਵੈ। ਗੁਰੂ ਦੀ ਸ਼ਰਨ ਵਿੱਚ ਪੈਣ ਵਾਲੇ ਐਸੇ ਪਿਆਰੇ ਜਿਹੜੇ ਹਨ, ਮਹਾਰਾਜ ਆਖਦੇ ਹਨ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਜਿਹੜਾ ਪਿਆਰ ਕਰਦਾ ਹੈ। ਕਿਉਂਕਿ ਵਾਹਿਗੁਰੂ ਪਰਮਾਤਮਾ ਨੂੰ ਉਹ ਭਾਗ ਹੈ ਤੇ ਵਾਹਿਗੁਰੂ ਪਰਮਾਤਮਾ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾਈ ਰੱਖਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਰਾਮ ਮੋਕੋ ਹਰ ਜਨ ਮੇਲ ਮਨ ਭਾਵੈ। ਵਾਹਿਗੁਰੂ ਜੀ ਰਮੇ ਹੋਏ ਰਾਮ, ਸੁੰਦਰ ਰਾਮ, ਮੇਰੀ ਬੇਨਤੀ ਹੈ ਕਿ ਮੈਨੂੰ ਆਪਣੇ ਪਿਆਰਿਆਂ ਦੇ ਨਾਲ ਮਿਲਾ। ਇਹ ਮੇਰੇ ਮਨ ਦੀ ਸਭ ਤੋਂ ਵੱਡੀ ਖੁਸ਼ੀ ਹੈ। ਇਹ ਮੇਰੇ ਮਨ ਦੇ ਅੰਦਰ ਲਾਲਸਾ ਹੈ ਕਿ ਮੇਰਾ ਮੇਲ ਤੇਰੇ ਪਿਆਰਿਆਂ ਦੇ ਨਾਲ ਹੋਵੇ। ਕਿਉਂਕਿ ਸਹੀ ਗੁਰਮੁਖ ਪਿਆਰੇ ਸਤਸੰਗੀ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਮਹਾਰਾਜ ਆਖਦੇ ਨੇ ਰਾਮ ਕਿਰਪਾ ਕਰ, ਆਪਣੇ ਪਿਆਰਿਆਂ ਦੇ ਨਾਲ ਮੈਨੂੰ ਮਿਲਾ। ਇਹ ਮੇਰੇ ਮਨ ਭਾਵੈ ਤੋਂ ਭਾਵ ਮੇਰੇ ਮਨ ਦੀ ਲਾਲਸਾ ਹੈ। ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੈ। ਅਮਿਓ ਅਮਿਓ ਹਰ ਨਾਮ ਰਸ ਹੈ ਮਿੱਠਾ। ਮਹਾਰਾਜ ਆਖਦੇ ਨੇ ਤੇਰਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਹੈ ਇਹ ਬੜਾ ਮਿੱਠਾ ਹੈ। ਮਿੱਠਾ ਤੋਂ ਭਾਵ ਬੜਾ ਪਿਆਰਾ ਹੈ। ਪਰ ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਜਿਹੜੇ ਗੁਰੂ ਸਵਾਰੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਫਿਰ ਉਹਨਾਂ ਨੂੰ ਇਹ ਅੰਮ੍ਰਿਤ ਜਿਹੜਾ ਨਾ
ਮੂੰਹ ਵਿੱਚ ਪਾਉਣ ਦੇ ਲਈ ਪ੍ਰਾਪਤ ਹੁੰਦਾ ਹੈ। ਰਹਾਓ ਹਰ ਕੇ ਲੋਗ RAM ਜਾਣੇ ਉਤਮ ਮਿਲੇ ਉਤਮ ਪਦਵੀ ਪਾਵੈ। ਜਿਹੜੇ ਹਰੀ ਦੇ ਜਨ ਹਨ ਲੋਕ, ਭਾਵ ਜਿਹੜੇ ਰੱਬ ਦੇ ਪਿਆਰੇ ਹਨ, ਉੱਤਮ ਜੀਵਨ ਵਾਲੇ ਹੁੰਦੇ ਹਨ। ਤੇ ਜਿਹੜੇ ਐਸੇ ਪਿਆਰਿਆਂ ਦੇ ਨਾਲ ਮਿਲ ਜਾਂਦੇ ਨੇ, ਉਹਨਾਂ ਦਾ ਜੀਵਨ ਵੀ ਉੱਤਮ ਹੋ ਜਾਂਦਾ ਹੈ। ਕਿਉਂਕਿ ਸਾਧ ਸੰਗਤ ਇਸੇ ਵਾਸਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ। ਭਾਈ ਗੁਰਦਾਸ ਜੀ ਵੀ ਇੱਕ ਗੱਲ ਕਰਦੇ ਹਨ, ਇੱਕ ਉਹ ਹਨ ਜਿਨ੍ਹਾਂ ਦੀ ਸੰਗਤ ਕਰਕੇ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ, ਇੱਕ ਉਹ ਹਨ ਜਿਨ੍ਹਾਂ ਦੀ ਸੰਗਤ ਕਰਕੇ ਜੰਮਪੁਰ ਜਾਣਾ ਪੈਂਦਾ ਹੈ। ਭਾਈ ਸਾਹਿਬ ਆਖਦੇ ਨੇ ਨਾ, ਇੱਕ ਉਹ ਹਨ ਜਿਨ੍ਹਾਂ ਦੀ ਸੰਗਤ ਕਰਕੇ ਜੀਵਨ ਮੁਕਤ ਹੋ ਜਾਏਗਾ, ਇੱਕ ਉਹ ਹਨ ਜਿਨ੍ਹਾਂ ਦੀ ਸੰਗਤ ਕਰਕੇ ਜੰਮਪੁਰ ਜਾਣਾ ਪੈਂਦਾ ਹੈ। ਭਾਈ ਸਾਹਿਬ ਕਿਰਪਾ ਕਰਦੇ ਨੇ ਤੇ ਗੁਰੂ ਮਹਾਰਾਜ ਵੀ ਆਖਦੇ ਨੇ, ਉੱਤਮ ਸੰਗਤ ਉੱਤਮ ਹੋਵੇ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗਣ ਧੋਵੈ। ਜਦੋਂ ਉੱਤਮ ਮਨੁੱਖਾਂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਕਰਾਂਗੇ ਤੇ ਕੁਦਰਤੀ ਤੌਰ ਤੇ ਅੰਦਰ ਗੁਣ ਆਣਗੇ, ਔਗਣ ਜਿਹੜੇ ਹਨ ਉਹ ਅੰਦਰੋਂ ਧੋਤੇ ਜਾਣਗੇ। ਹੁਣ ਸਾਧ ਸੰਗਤ, ਜੇ ਆਪਾਂ ਕਿਸੇ ਸਤਸੰਗੀ ਦੇ ਨਾਲ, ਗੁਰਮੁਖ ਪਿਆਰੇ ਦੇ ਨਾਲ ਬੈਠਾਂਗੇ, ਗੁਰੂ ਦੀ ਗੱਲ ਸੁਣਾਵੇਗਾ। ਜੇ ਨਿੰਦਕ ਕੋਲ ਬੈਠਾਂਗੇ ਤੇ ਨਿੰਦਕਾਂ ਦੀ ਗੱਲ ਕਰੇਗਾ। ਅਸਰ ਤਾਂ ਉਹ ਹੋ ਜਾਈ ਮਨ ਦੇ ਉੱਤੇ ਹੋਵੇਗਾ ਨਾ। ਉੱਤਮ ਸੰਗਤ ਉੱਤਮ ਹੋਵੇ। ਪਾਤਸ਼ਾਹ ਜੀ ਆਖਦੇ ਨੇ, ਗੁਣ ਕੋ ਧਾਵੈ ਔਗਣ ਧੋਵੈ। ਜਿਹੜੇ ਉੱਤਮ ਪੁਰਖ ਹਨ, ਉਹਨਾਂ ਦੀ ਸੰਗਤ ਕਰਕੇ ਵੀ ਬੰਦਾ ਉੱਤਮ ਹੋ ਜਾਂਦਾ ਹੈ। ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ। ਮੇਰਾ ਵਾਹਿਗੁਰੂ ਪਰਮਾਤਮਾ ਮੇਰੇ ਉੱਤੇ ਪ੍ਰਸੰਨ ਹੋਵੇ ਤੇ ਮੈਂ ਤੇਰੇ ਦਾਸਾਂ ਦੀ ਸੇਵਕ ਬਣ ਜਾਵਾਂ। ਭਾਵ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰਾਂ। ਸੇਵਕ ਜਨ ਸੇਵਹਿ ਸੇਵਡ ਭਾਗੀ ਰਿਦ ਮਨ ਤਨ ਪ੍ਰੀਤ ਲਗਾਵੇ। ਜਿਹੜੇ ਵਾਹਿਗੁਰੂ ਦੇ ਸੇਵਕ ਹਨ, ਜਨ ਹਨ, ਵਾਹਿਗੁਰੂ ਪਰਮਾਤਮਾ ਨੂੰ ਸੇਵਦੇ ਹਨ, ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਹਨ, ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਹਨ ਤੇ ਵੱਡੇ ਭਾਗਾਂ ਵਾਲੇ ਹਨ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਤਨ ਵਿੱਚ ਵਾਹਿਗੁਰੂ ਪਰਮਾਤਮਾ ਆਪਣੀ ਪ੍ਰੀਤ ਲਗਾ ਦਿੰਦਾ ਹੈ। ਸੇਵਕ ਜਨ ਸੇਵੈ ਸੇਵੜ ਭਾਗੀ ਰਿਦ ਮਨ ਤਨ ਪ੍ਰੀਤ ਲਗਾਵੇ। ਜਿਹੜੇ ਵਾਹਿਗੁਰੂ ਪਰਮਾਤਮਾ ਦੇ ਸੇਵਕ ਜਨ ਉਸ ਵਾਹਿਗੁਰੂ ਪਰਮਾਤਮਾ ਨੂੰ ਸੇਵਦੇ ਨੇ, ਉਸ ਦਾ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਵੱਡੇ ਭਾਗਾਂ ਵਾਲੇ ਹਨ। ਐਸੇ ਸੇਵਕਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਆਪਣੀ ਪ੍ਰੀਤ ਮਨ ਕਰਕੇ, ਤਨ ਕਰਕੇ ਲਾ ਦਿੰਦਾ ਹੈ। ਬਿਨ ਪ੍ਰੀਤੀ ਕਰਹਿ ਬਹੁ ਬਾਤਾ ਕੂੜ ਬੋਲ ਕੂੜੋ ਫਲ ਪਾਵੇ। ਬਹੁਤ ਸਾਰੇ ਬੰਦੇ ਤੁਹਾਨੂੰ ਸਮਾਜ ਦੇ ਅੰਦਰ ਮਿਲ ਜਾਣਗੇ ਜਿਹੜੇ ਕਰਦੇ ਕੁਝ ਵੀ ਨਹੀਂ, ਪਰ ਕਹਿੰਦੇ ਨੇ ਰੱਬ ਦੀ ਬੜੀ ਕਿਰਪਾ ਹੈ, ਰੱਬ ਦੀ ਬੜੀ ਮਿਹਰ ਹੈ, ਰੱਬ ਦਾ ਅੱਠੇ ਪੈਰ ਪਿਆਰ ਅੰਦਰ ਜਾਗਿਆ ਰਹਿੰਦਾ ਹੈ। ਪਰ ਐਸੇ ਬੰਦਿਆਂ ਦੀ ਪ੍ਰੀਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਸਾਧ ਸੰਗਤ ਥੋੜਾ ਜਿਹਾ ਦੁਨਿਆਵੀ ਤੌਰ ਤੇ ਆਪਾਂ ਉਹਨਾਂ ਦੇ ਨਾਲ ਵਿਚਾਰ ਕਰੀਏ। ਅੰਦਰ ਦਾ ਜਿਹੜਾ ਪਾਜ ਆਪਣੇ ਆਪ ਹੀ ਉਗੜ ਜਾਂਦਾ ਹੈ। ਕਿਉਂਕਿ ਭਾਈ ਗੁਰਦਾਸ ਜੀ ਆਖਦੇ ਨੇ, ਕਰਵੈ ਹੋਏ ਸੋ ਟੂਟੀ ਰੇਖੇ। ਜੋ ਕੁਝ ਬਰਤਨ ਦੇ ਵਿੱਚ ਹੋਵੇਗਾ, ਟੂਟੀ ਦੇ ਰਾਹੀਂ ਉਹ ਕੁਝ ਆਣਾ ਹੈ ਨਾ। ਕਿਉਂਕਿ ਬਰਤਨ ਦੇ ਵਿੱਚ ਅੰਮ੍ਰਿਤ ਹੈ ਤੇ ਟੂਟੀ ਰਾਹੀਂ ਵੀ ਅੰਮ੍ਰਿਤ ਹੀ ਆਵੇਗਾ। ਬਰਤਨ ਦੇ ਵਿੱਚ ਜ਼ਹਿਰ ਹੈ ਤੇ ਫਿਰ ਟੂਟੀ ਦੇ ਰਾਹੀਂ ਵੀ ਜ਼ਹਿਰ ਹੀ ਆਵੇਗਾ। ਜਿਸ ਬੰਦੇ ਦੇ ਅੰਦਰ ਜ਼ਹਿਰ ਭਰਿਆ ਪਿਆ ਹੈ, ਸਾਧ ਸੰਗਤ ਗੱਲਾਂ ਬਾਤਾਂ ਕਰਦਿਆਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਇਸ ਦੇ ਅੰਦਰ ਅੰਮ੍ਰਿਤ ਹੈ ਜਾਂ ਜ਼ਹਿਰ ਹੈ। ਕਿਉਂਕਿ ਇਹ ਜਿਹੜੇ ਅੰਦਰ ਦੇ ਬੋਲ ਨੇ ਨਾ, ਜਦੋਂ ਨਿਕਲਦੇ ਨੇ ਉਹ ਆਪਣੇ ਆਪ ਹੀ ਦੱਸ ਦਿੰਦੇ ਨੇ। ਕਿਉਂਕਿ ਉਗੜ ਗਿਆ ਜੈਸੇ ਖੋਟਾ ਟਬਵਾ ਨਦਰ ਸਰਾਫੀ ਆਇਆ। ਉਦੋਂ ਤੱਕ ਮੁਲੰਮੇ ਵਾਲਾ ਜਿਹੜਾ ਗਹਿਣਾ ਹੈ ਉਹ ਠੱਗੀਆਂ ਨਾਲ ਲੋਕੀ ਵੇਚੀ ਜਾਂਦੇ ਨੇ, ਪਰ ਕਸਵੱਟੀ ਲਾਉਣ ਵਾਲੇ ਜਦੋਂ ਕਸਵੱਟੀ ਲਾ ਦਿੰਦੇ ਨੇ ਤੇ ਫਿਰ ਉਹ ਪਰਖ ਵਿੱਚ ਪੂਰੇ ਨਹੀਂ ਉਤਰਦੇ। ਬਿਲਕੁਲ ਮਹਾਰਾਜ ਕਿਰਪਾ ਕਰਦੇ ਨੇ। ਕੂੜੇ ਬੰਦੇ, ਝੂਠ ਬੋਲਣ ਵਾਲੇ ਵੱਧ ਤੋਂ ਵੱਧ ਦੱਸਣਗੇ ਅਸੀਂ ਅੰਮ੍ਰਿਤ ਵੇਲੇ ਜਾਗਦੇ ਆ, ਅਸੀਂ ਨਿਤਨੇਮ ਕਰਦੇ ਆ, ਇੰਨੀ ਬਾਣੀ ਪੜ੍ਹਦੇ ਆ, ਇੰਨਾ ਸਿਮਰਨ ਕਰਦੇ ਆ। ਪਰ ਧਿਆਨ ਦੇਵਿਓ, ਮਹਾਰਾਜ ਆਖਦੇ ਨੇ ਸਾਰੀ ਜ਼ਿੰਦਗੀ ਕੂੜ ਬੋਲ ਬੋਲ ਕੇ ਹੀ
ਇੱਥੇ ਵੀ ਝੂਠੇ ਤੇ ਅੱਗੇ ਵੀ ਝੂਠੇ ਹੀ ਹੁੰਦੇ ਹਨ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀਲੇ ਪਾਵੈ। ਵਾਹਿਗੁਰੂ ਪਰਮਾਤਮਾ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਪ੍ਰਭੂ ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਨਾਲ ਲਾ ਦੇ। ਧਿਆਨ ਦੇਵਿਓ, ਮੰਗ ਕੀਤੀ ਜਾ ਰਹੀ ਹੈ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਪਗ ਲਾਵੈ। ਵਾਹਿਗੁਰੂ ਜੀ ਸਾਰੇ ਸੰਸਾਰ ਨੂੰ ਤੂੰ ਜੀਵਨ ਦੇਣ ਵਾਲਾ ਹੈ, ਸਾਰੇ ਸੰਸਾਰ ਨੂੰ ਤੂੰ ਦਾਤਾ ਦੇਣ ਵਾਲਾ ਹੈ, ਮੇਰੇ ਉੱਤੇ ਵੀ ਕਿਰਪਾ ਕਰ, ਮੈਨੂੰ ਆਪਣੇ ਪਿਆਰਿਆਂ ਦੇ ਚਰਨੀ ਲਾ ਲੈ। ਹਉ ਕਾਟੋ ਕਾਟ ਬਾੜ ਸਿਰ ਰਾਖੋ ਜਿਤ ਨਾਨਕ ਸੰਤ ਚੜ੍ਹ ਆਵੇ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਂ ਆਪਣਾ ਸਿਰ ਵੱਢ ਕੇ ਕੱਟ ਵੱਢ ਕੇ ਭਾਵ ਰਾਹ ਦੇ ਵਿੱਚ ਰੱਖ ਦਿਆਂ। ਕਿਹੜੇ ਰਾਹ ਤੇ? ਜਿਸ ਰਾਹ ਤੋਂ ਲੰਘ ਕੇ ਪ੍ਰਭੂ ਪਿਆਰਿਆਂ ਨੇ ਆਣਾ ਹੈ। ਭਾਵ ਮੈਂ ਆਪਣੇ ਆਪ ਨੂੰ ਵਾਹਿਗੁਰੂ ਪਿਆਰਿਆਂ ਤੋਂ ਇੰਨਾ ਕੁਰਬਾਨ ਕਰ ਦੇਵਾ ਜਿਹੜੇ ਮੈਨੂੰ ਤੇਰੇ ਲੜ ਲਾਂਦੇ ਹਨ, ਤੇਰੇ ਦਰ ਦੇ ਨਾਲ ਜੋੜਦੇ ਹਨ। क्योंकि तैं साहिब की बात जो आखै कहो नानक क्या दीजै, सीस वड्डे कर बैसन दीजै, बिन सिर सेव करीजै। ਦੋਹਾਂ ਹੀ ਸ਼ਬਦਾਂ ਦਾ ਮੁੱਖ ਵਾਕ ਦਾ ਤੇ ਲੜੀਵਾਰ ਸ਼ਬਦ ਦਾ ਭਾਵ ਅਰਥ ਇਹ ਹੈ ਪਿਆਰਿਓ, ਗੁਰੂ ਦੀ ਸੰਗਤ ਕਰੀਏ, ਗੁਰਮੁਖਾਂ ਦਾ ਸੰਗ ਕਰੀਏ, ਆਪਣੇ ਜੀਵਨ ਦੇ ਅੰਦਰ ਵੱਧ ਤੋਂ ਵੱਧ ਬਾਣੀ ਪੜ੍ਹੀਏ ਤੇ ਬਾਣੀ ਦੇ ਨਾਲ ਜੁੜ ਕੇ ਆਪਣਾ ਲੋਕ ਅਤੇ ਪਰਲੋਕ ਸਵਾਰਨ ਦਾ ਯਤਨ ਕਰੀਏ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੁਕੋਜਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਧੰਨਵਾਦ ਸਤਿਗੁਰਾਂ ਦਾ। ਆਪ ਸੰਗਤਾਂ ਦਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲਾਵੈ ਪਾਵੈ, ਹਉ ਕਾਟੋ ਕਾਟ ਬਾੜ ਸਿਰ ਰਾਖੋ ਜਿਤ ਨਾਨਕ ਸੰਤ ਚੜ੍ਹ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।